ਦੋਸਤੋ ਤੁਸੀਂ ਸੁਣਿਆ ਹੋਣਾ ਕਿ ਪੁੱਤ ਕਪੁੱਤ ਹੋ ਜਾਂਦੇ ਆ, ਪਰ ਕਦੇ ਇਦਾਂ ਨਹੀਂ ਸੁਣਿਆ ਹੋਣਾ ਕਿ ਮਾਪੇ ਕਮਾਪੇ ਵੀ ਹੋ ਜਾਂਦੇ ਆ। ਕਿ ਇਹਨੇ ਪਤਾ ਨਹੀਂ ਸਾਡੇ ਮੁੰਡੇ ਨੂੰ ਕੀ ਕਰ ਦਿੱਤਾ ਆ ਕਿ ਜਿਹੜਾ ਸਾਡਾ ਮੁੰਡਾ ਆ ਉਹ ਸਾਰਾ ਦਿਨ ਇਹਦੇ ਬਾਰੇ ਹੀ ਸੋਚਦਾ ਆ। ਅਸੀਂ ਤੇਰੀ ਘਰਵਾਲੀ ਦੇ ਹੱਥ ਦਾ ਕੁਝ ਵੀ ਨਹੀਂ ਖਾਣਾ, ਪਾਣੀ ਤੱਕ ਨਹੀਂ ਪੀਣਾ, ਕਿਉਂਕਿ ਉਹ ਸਾਨੂੰ ਜਾਦੂ ਟੂਣੇ ਕਰਵਾਉਂਦੀ ਆ। ਮੇਰੇ ਹਸਬੈਂਡ ਮੇਰੇ ਕੋਲ ਆਉਂਦੇ ਆ ਤੇਰੀ ਇੰਗੇਜਮੈਂਟ ਰਿੰਗ ਆ ਤੇ ਮੈਂ ਤੇਰੇ ਨਾਲ ਵਿਆਹ ਨਹੀਂ ਕਰਾ ਸਕਦਾ। ਸਤਿ ਸ਼੍ਰੀ ਅਕਾਲ ਜੀ, ਮੈਂ ਏਕਤਾ ਵਿਰਕ ਪੰਜਾਬ ਦੇ ਰੋਪੜ ਸ਼ਹਿਰ ਦੀ ਰਹਿਣ ਵਾਲੀ ਹਾਂ। ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ ਜੋਸ਼ ਟਾਕ ਦੀ ਪੂਰੀ ਟੀਮ ਦਾ, ਜਿਨ੍ਹਾਂ ਨੇ ਮੈਨੂੰ ਤੁਹਾਡੇ ਰੂਬਰੂ ਹੋਣ ਦਾ ਮੌਕਾ ਦਿੱਤਾ। ਸੋ ਗੱਲ ਸ਼ੁਰੂ ਕਰਦੀ ਹਾਂ ਦੋਸਤੋ ਆਪਣੀ ਮੈਂ ਬਚਪਨ ਤੋਂ। ਸੋ ਬਚਪਨ ਦੇ ਵਿੱਚ ਮੈਂ ਪੜ੍ਹਾਈ ਦੇ ਨਾਲ ਮੇਰੇ ਪੇਰੈਂਟਸ ਵੱਲੋਂ ਮੈਨੂੰ ਬਹੁਤ ਵਧੀਆ ਇੱਕ ਸਪੋਰਟ ਮਿਲਦੀ ਸੀ ਤੇ ਹਮੇਸ਼ਾ ਇੱਕੋ ਗੱਲ ਸਮਝਾਈ ਜਾਂਦੀ ਸੀ ਕਿ ਲਾਈਫ ਦੇ ਵਿੱਚ ਕੋਈ ਵੀ ਚੀਜ਼ ਆ ਸੋ ਉਹਨੂੰ ਕਰਨ ਦੇ ਲਈ ਤੁਸੀਂ ਹਮੇਸ਼ਾ ਅੱਗੇ ਵਧੋ, ਤੇ ਉਹੀ ਚੀਜ਼ ਮੇਰੇ ਦਿਮਾਗ 'ਚ ਰਹਿੰਦੀ ਸੀ ਹਮੇਸ਼ਾ। ਸੋ ਪੜ੍ਹਾਈ ਦੇ ਨਾਲ ਮੈਂ ਇੱਕ ਬਹੁਤ ਵਧੀਆ ਸਟੂਡੈਂਟ ਵੀ ਰਹੀ ਤੇ ਹਰ ਇੱਕ ਐਕਟੀਵਿਟੀ ਦੇ ਵਿੱਚ ਪਾਰਟਿਸਿਪੇਟ ਕਰਦੀ ਰਹੀ, ਜਿਹਦੇ ਵਿੱਚੋਂ ਕਿ ਮੈਨੂੰ ਥੀਏਟਰ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਤੇ ਮੈਂ ਥੀਏਟਰ ਦੇ ਵਿੱਚ ਆਪਣੀ ਆਡੀਸ਼ਨ ਦਿੱਤੇ ਤੇ ਮੈਂ ਆਡੀਸ਼ਨ ਦੇ ਵਿੱਚ ਸਿਲੈਕਟ ਹੁੰਦੀ ਹਾਂ। ਤੇ ਥੀਏਟਰ ਕਰਦੇ ਕਰਦੇ ਮੈਨੂੰ ਕਾफ़ी ਯੂਨੀਵਰਸਿਟੀਜ਼ ਦੇ ਵਿੱਚ ਜਾ ਕੇ ਪਲੇ ਵਗੈਰਾ ਕਰਨ ਦਾ ਮੌਕਾ ਮਿਲਿਆ। ਸੋ ਮੈਂ ਆਪਣੇ ਕਾਲਜ ਦੇ ਲਈ ਇੱਕ ਗੋਲਡ ਮੈਡਲ ਵੀ ਜਿੱਤਿਆ ਤੇ ਕਾਲਜ ਕਲਰ ਵੀ ਲਿਆ, ਤੇ ਮੇਰਾ ਇੰਟਰਸਟ ਸੀ ਐਕਟਿੰਗ ਦੇ ਵਿੱਚ। ਤੇ ਉਸ ਤੋਂ ਪ੍ਰਭਾਵਿਤ ਹੋ ਕੇ ਮੇਰੇ ਇੱਕ ਪ੍ਰੋਫੈਸਰ ਸਾਹਿਬ ਤੇ ਮੇਰੇ ਇੱਕ ਫਿਲਮ ਦੇ ਪ੍ਰੋਡਿਊਸਰ ਮੇਰੇ ਘਰ ਆਉਂਦੇ ਆ। ਸੋ ਮੇਰੇ ਪੇਰੈਂਟਸ ਨੂੰ ਪੁੱਛਿਆ ਗਿਆ ਕਿ ਕੀ ਅਸੀਂ ਇਸ ਕੁੜੀ ਨੂੰ ਤੁਹਾਡੀ ਨੂੰ ਇਸ ਲਾਈਨ ਦੇ ਵਿੱਚ ਲਿਜਾ ਸਕਦੇ ਹਾਂ, ਤੇ ਮੇਰੇ ਪੇਰੈਂਟਸ ਨੇ ਸਾਫ਼-ਸਾਫ਼ ਮਨਾ ਕਰ ਦਿੱਤਾ ਕਿ ਅਸੀਂ ਆਪਣੀ ਧੀ ਨੂੰ ਇਸ ਲਾਈਨ ਦੇ ਵਿੱਚ ਨਹੀਂ ਜਾਣ ਦੇਣਾ ਚਾਹੁੰਦੇ। ਸੋ ਕਿਤੇ ਨਾ ਕਿਤੇ ਮੈਂ ਉੱਥੇ ਆ ਕੇ ਥੋੜ੍ਹਾ ਜਿਹਾ ਮੈਨੂੰ ਲੱਗਿਆ ਸੀ ਕਿ ਸ਼ਾਇਦ ਜੋ ਮੈਂ ਕਰਨਾ ਚਾਹੁੰਦੀ ਸੀ ਨਹੀਂ ਕਰ ਪਾਊਂਗੀ। ਸੋ ਮੈਂ ਆਪਣੀ ਪੜ੍ਹਾਈ ਜਾਰੀ ਰੱਖਦੀ ਹਾਂ ਤੇ ਇਸ ਗੱਲ ਨੂੰ ਆਪਣੇ ਮਾਈਂਡ 'ਚੋਂ ਕੱਢ ਦਿੰਦੀ ਹਾਂ। ਤੇ ਸੈਕਿੰਡ ਈਅਰ ਦੇ ਵਿੱਚ ਪੜ੍ਹਦੇ ਮੇਰੇ ਮਦਰ ਦੀ ਜਿਹੜੀ ਸਿਹਤ ਆ ਅਚਾਨਕ ਖਰਾਬ ਹੋ ਜਾਂਦੀ ਆ, ਤੇ ਜਿਸ ਦੇ ਚੱਲਦੇ ਮੇਰੇ ਜਿਹੜੀ ਫੈਮਿਲੀ ਆ ਮੇਰੀ ਮੈਰਿਜ ਕਰਨ ਬਾਰੇ ਸੋਚਦੀ ਆ। ਸੋ ਕਿਤੇ ਨਾ ਕਿਤੇ ਹਰ ਇੱਕ ਕੁੜੀ ਦਾ ਇੱਕ ਸੁਪਨਾ ਹੁੰਦਾ ਆ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਮੁਕਾਮ ਹਾਸਿਲ ਕਰੇ, ਪਰ ਮੈਨੂੰ ਲੱਗਦਾ ਸੀ ਕਿ ਸ਼ਾਇਦ ਮੇਰੀ ਜ਼ਿੰਦਗੀ ਦੇ ਵਿੱਚ ਉਹ ਟਾਈਮ ਆਊਗਾ ਕਿ ਜਿੱਥੇ ਮੈਂ ਆਪਣੇ ਆਪ ਨੂੰ ਪ੍ਰੂਵ ਕਰ ਸਕਾਂਗੀ। ਬਟ ਜ਼ਿੰਦਗੀ ਨੇ ਇਹੋ ਜਿਹਾ ਮੋੜ ਬਦਲਿਆ ਕਿ ਮੈਨੂੰ ਆਪਣੇ ਘਰਦਿਆਂ ਦੀ ਗੱਲ ਮੰਨਣੀ ਪਈ, ਤੇ ਜੋ ਡਿਸੀਜ਼ਨ ਉਹਨਾਂ ਨੇ ਲਿਆ ਮੈਨੂੰ ਉਸ ਨੂੰ ਮੰਨਣਾ ਪਿਆ। ਸੋ ਮੇਰੇ ਘਰ ਦੇ ਜਾਂਦੇ ਆ, ਸੋ ਘਰ ਦੇ ਸਾਰੇ ਵੱਡੇ ਇਕੱਠੇ ਹੋ ਕੇ ਜਾਂਦੇ ਆ ਤੇ ਮੇਰੇ ਲਈ ਇੱਕ ਮੁੰਡਾ ਚੂਜ਼ ਕਰਦੇ ਆ। ਸੋ ਮੈਨੂੰ ਕਿਹਾ ਜਾਂਦਾ ਕਿ ਅਸੀਂ ਤੇਰਾ ਰਿਸ਼ਤਾ ਉਸ ਦੇ ਨਾਲ ਤੈਅ ਕਰ ਦਿੱਤਾ ਹੈਗਾ, ਤੇ ਮੈਂ ਇਸ ਚੀਜ਼ ਨੂੰ ਮੰਨ ਲੈਂਦੀ ਹਾਂ। ਤੇ ਜਦੋਂ ਮੇਰੇ ਹਸਬੈਂਡ ਜਿਨ੍ਹਾਂ ਨਾਲ ਮੇਰੀ ਅੰਗੇਜਮੈਂਟ ਹੋਣੀ ਹੁੰਦੀ ਆ, ਤੇ ਉਹ ਜਦੋਂ ਆਉਂਦੇ ਆ ਤੇ ਮੇਰੀ ਅੰਗੇਜਮੈਂਟ ਹੋ ਜਾਂਦੀ ਆ 2 ਮਹੀਨੇ ਬਾਅਦ, ਜਦ ਕਿ ਉਹ ਮੁੰਡਾ ਇੱਥੇ ਨਹੀਂ ਹੁੰਦਾ, ਉਹ ਬਾਹਰਲੀ ਕੰਟਰੀ ਦੇ ਵਿੱਚ ਹੁੰਦੇ ਨੇ। ਤੇ ਮੈਨੂੰ ਲੱਗਦਾ ਕਿ ਪੇਰੈਂਟਸ ਨੇ ਜੋ ਕੀਤਾ ਸਹੀ ਆ, ਪਰ ਉੱਥੇ ਆ ਕੇ ਜਿਹੜੀ ਜ਼ਿੰਦਗੀ ਦੀ ਇੱਕ ਅਜੀਬ ਕਹਾਣੀ ਮੇਰੇ ਸਾਹਮਣੇ ਆਈ ਕਿ ਮੇਰੇ ਹਸਬੈਂਡ ਨੇ ਜਦੋਂ ਆਪਣੇ ਪੇਰੈਂਟਸ ਨਾਲ ਗੱਲ ਕੀਤੀ ਤਾਂ ਮੇਰੇ ਹਸਬੈਂਡ 7-8 ਸਾਲ ਤੋਂ ਰੈਗੂਲਰ ਬਾਹਰਲੇ ਮੁਲਕ ਦੇ ਵਿੱਚ ਕੰਮ ਕਰਦੇ ਸੀ, ਤੇ ਉਹ ਸਾਰੀ ਕਮਾਈ ਆਪਣੇ ਪੇਰੈਂਟਸ ਨੂੰ ਭੇਜਦੇ ਸੀ, ਜਿਸ ਦੇ ਚੱਲਦੇ ਉਹਨਾਂ ਨੇ ਕਦੇ ਆਪਣਾ ਅਕਾਊਂਟ ਵੀ ਨਹੀਂ ਸੀ ਖੁਲਾਇਆ। ਸੋ ਉਹਨਾਂ ਦੇ ਪੇਰੈਂਟਸ ਵੱਲੋਂ ਇੱਕ ਗੱਲ ਸਾਫ਼ ਕਰ ਦਿੱਤੀ ਜਾਂਦੀ ਹੈ ਕਿ ਸਾਡੇ ਕੋਲ ਤੇਰੇ ਵਾਸਤੇ ਕੁਝ ਵੀ ਨਹੀਂ ਹੈਗਾ, ਜੇ ਤੂੰ ਵਿਆਹ ਕਰਨਾ ਆਪਣੇ ਦਮ 'ਤੇ ਕਰ। ਤੇ ਜਦੋਂ ਮੇਰੀ ਮੈਰਿਜ ਤੈਅ ਕਰ ਦਿੱਤੀ ਜਾਂਦੀ ਆ ਤੇ ਮੇਰੇ ਹਸਬੈਂਡ ਮੇਰੇ ਕੋਲ ਆਉਂਦੇ ਆ ਅੰਗੇਜਮੈਂਟ ਤੋਂ ਥੋੜ੍ਹੇ ਦਿਨਾਂ ਬਾਅਦ ਮੇਰੇ ਨਾਲ ਗੱਲ ਕਰਨ ਲਈ, ਤੇ ਉਹ ਮੈਨੂੰ ਬਿਠਾ ਕੇ ਮੇਰੇ ਨਾਲ ਗੱਲ ਕਰਦੇ ਆ ਤੇ ਮੈਨੂੰ ਕਹਿੰਦੇ ਆ ਕਿ ਤੇਰੀ ਅੰਗੇਜਮੈਂਟ ਰਿੰਗ ਆ ਤੇ ਮੈਂ ਤੇਰੇ ਨਾਲ ਵਿਆਹ ਨਹੀਂ ਕਰਾ ਸਕਦਾ ਕਿ ਮੇਰੀਆਂ ਕੁਝ ਮਜਬੂਰੀਆਂ ਨੇ। ਸੋ ਮੇਰੇ ਲਈ ਇਹ ਚੀਜ਼ਾਂ ਬਹੁਤ ਅਜੀਬ ਸੀ। ਸੋ ਇਹਨੂੰ ਸੁਣ ਕੇ ਮੈਂ ਬਿਲਕੁਲ ਹਿੱਲ ਗਈ ਸੀਗੀ ਕਿ ਜ਼ਿੰਦਗੀ ਦੇ ਵਿੱਚ ਅਕਸਰ ਦੋਸਤੋ ਤੁਸੀਂ ਸੁਣਿਆ ਹੋਣਾ ਕਿ ਪੁੱਤ ਕਪੁੱਤ ਹੋ ਜਾਂਦੇ ਆ, ਪਰ ਕਦੇ ਇਦਾਂ ਨਹੀਂ ਸੁਣਿਆ ਹੋਣਾ ਕਿ ਮਾਪੇ ਕਮਾਪੇ ਵੀ ਹੋ ਜਾਂਦੇ ਆ। ਉਸ ਗੱਲ ਨੇ ਮੈਨੂੰ ਬਹੁਤ ਅੰਦਰ ਤੱਕ ਝਿਜੋੜ ਕੇ ਰੱਖ ਦਿੱਤਾ ਤੇ ਮੈਂ ਸੋਚਣ ਤੇ ਮਜਬੂਰ ਹੋ ਗਈ ਕਿ ਮੇਰੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਆ, ਤੇ ਇੱਕ ਇਨਸਾਨ ਜਿਹੜਾ ਅੱਜ ਮੈਨੂੰ ਆ ਕੇ ਕਹਿ ਰਿਹਾ ਕਿ ਮੈਂ ਜ਼ੀਰੋ ਆ, ਤੇ ਮੈਨੂੰ ਲੱਗਦਾ ਸੀ ਕਿ ਕਿਤੇ ਨਾ ਕਿਤੇ ਮੇਰੇ ਲਈ ਇਹ ਬਹੁਤ ਜ਼ਿਆਦਾ ਔਖਾ ਜ਼ਰੂਰ ਹੋਊਗਾ, ਬਟ ਮੈਂ ਬਹੁਤ ਕੁਝ ਸੋਚਿਆ। ਸੋ ਮੈਨੂੰ ਲੱਗਿਆ ਕਿ ਇਹ ਇਨਸਾਨ ਮਿਹਨਤੀ ਆ, ਪਰ ਇਹਦੇ ਪੇਰੈਂਟਸ ਨੇ ਇਹਦੇ ਨਾਲ ਗਲਤ ਕੀਤਾ ਆ, ਤੇ ਮੈਂ ਉਹਦਾ ਸਾਥ ਦੇਣ ਦੀ ਸੋਚੀ, ਤੇ ਮੈਂ ਉਹਨਾਂ ਨੂੰ ਕਿਹਾ ਕਿ ਕੋਈ ਗੱਲ ਨਹੀਂ, ਤੁਸੀਂ ਦੁਬਾਰਾ ਜਾਓ ਤੇ ਮੈਂ ਤੁਹਾਡੀ ਵੇਟ ਕਰਾਂਗੀ,
ਦੁਬਾਰਾ ਜਾਓ ਤੇ ਜਾ ਕੇ ਆਪਣੀ ਦੁਬਾਰਾ ਕਮਾਈ ਕਰੋ ਤੇ ਮੈਂ ਤੁਹਾਡੀ ਵੇਟ ਕਰਾਂਗੀ ਜਦੋਂ ਤੱਕ ਤੁਸੀਂ ਨਹੀਂ ਵਾਪਸ ਆਉਂਦੇ। ਸੋ ਉਸ ਤੋਂ ਬਾਅਦ ਮੇਰੀ ਮੈਰਿਜ ਕਰ ਦਿੱਤੀ ਗਈ। ਮੈਰਿਜ ਹੋਣ ਤੋਂ ਬਾਅਦ ਸਭ ਕੁਛ ਠੀਕ-ਠਾਕ ਸੀ, ਪਰ ਉਹਨਾਂ ਦੇ ਵਿੱਚ ਇੱਕ ਧਾਰਨਾ ਸੀਗੀ, ਉਹਨਾਂ ਦੇ ਪੇਰੈਂਟਸ ਦੇ ਵਿੱਚ ਮੇਰੇ ਪ੍ਰਤੀ ਬਣੀ ਹੋਈ ਕਿ ਇਹਨੇ ਪਤਾ ਨਹੀਂ ਸਾਡੇ ਮੁੰਡੇ ਨੂੰ ਕੀ ਕਰ ਦਿੱਤਾ ਆ ਕਿ ਜਿਹੜਾ ਸਾਡਾ ਮੁੰਡਾ ਆ ਉਹ ਸਾਰਾ ਦਿਨ ਇਹਦੇ ਬਾਰੇ ਹੀ ਸੋਚਦਾ ਆ, ਇਹਦੇ ਵੱਲ ਜ਼ਿਆਦਾ ਉਹਦੀ ਅਟਰੈਕਸ਼ਨ ਵੱਧ ਚੁੱਕੀ ਆ। ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਕਿਸੇ ਇਨਸਾਨ ਨੂੰ ਤੁਸੀਂ ਪਾਲਿਆ, ਉਸਨੂੰ ਤੁਸੀਂ ਛੱਡਿਆ, ਉਸ ਮੁਕਾਮ ਤੇ ਜਿੱਥੇ ਪੇਰੈਂਟਸ ਸਾਥ ਦਿੰਦੇ ਨੇ, ਬਟ ਮੈਂ ਉਹਦਾ ਉਸ ਟਾਈਮ ਸਾਥ ਦਿੱਤਾ। ਸੋ ਉਹਨਾਂ ਦੇ ਮਨ ਦੇ ਵਿੱਚ ਇਹੋ ਗੱਲਾਂ ਸੀਗੀਆਂ। ਸੋ ਮੈਂ ਵਿਆਹ ਕੇ ਉਸ ਘਰ ਦੇ ਵਿੱਚ ਜਾਂਦੀ ਹਾਂ ਤੇ ਸਾਲ ਮਗਰੋਂ ਹੀ 1.5 ਸਾਲ ਮਗਰੋਂ ਮੇਰੇ ਦਿਓਰ ਦਾ ਵਿਆਹ ਕਰ ਦਿੱਤਾ ਜਾਂਦਾ। ਸੋ ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਮੇਰੀ ਦਰਾਣੀ ਆ, ਜਿਹੜੀ ਦਰਾਣੀ ਤੇ ਮੇਰਾ ਦਿਓਰ ਮੈਨੂੰ ਬੁਲਾਉਂਦੇ ਨੇ ਕਮਰੇ ਦੇ ਵਿੱਚ ਤੇ ਮੈਨੂੰ ਕਹਿੰਦੇ ਆ, ਅਸੀਂ ਭਾਬੀ ਤੇਰੇ ਨਾਲ ਕੋਈ ਗੱਲ ਕਰਨੀ ਆ। ਤੇ ਮੈਂ ਉਹਨਾਂ ਦੀ ਗੱਲ ਸੁਣਨ ਲਈ ਜਾਂਦੀ ਹਾਂ ਤੇ ਮੈਨੂੰ ਉਹਨਾਂ ਨੇ ਸਪਸ਼ਟ ਕਿਹਾ ਕਿ ਜਿਹੜਾ ਆਪਣਾ ਘਰ ਹੈਗਾ ਉਹ ਬਹੁਤ ਵੱਡਾ ਆ ਤੇ ਅੱਜ ਕੱਲ੍ਹ ਐਡੇ ਵੱਡੇ ਘਰਾਂ ਦਾ ਫੈਸ਼ਨ ਨਹੀਂ ਆ। ਸੋ ਆਪਾਂ ਆਉਣ ਵਾਲੇ ਟਾਈਮ ਵਿੱਚ ਤਾਂ ਅਲੱਗ ਹੋਣਾ ਹੀ ਆ, ਆਪਾਂ ਇਹਨੂੰ ਵੇਚ ਦਿੰਦੇ ਹਾਂ ਤੇ ਵੇਚ ਕੇ ਅਲੱਗ-ਅਲੱਗ ਆਪਣਾ ਘਰ ਲੈ ਲੈਂਦੇ ਹਾਂ ਤੇ ਆਪਾਂ ਅਲੱਗ-ਅਲੱਗ ਸੈੱਟ ਹੋ ਜਾਂਦੇ ਹਾਂ। ਸੋ ਮੈਂ ਉਹਨਾਂ ਦੀ ਇਸ ਗੱਲ ਦੇ ਵਿੱਚ ਰਾਜ਼ੀ ਨਹੀਂ ਸੀ ਕਿਉਂਕਿ ਮੇਰੇ ਪੇਰੈਂਟਸ ਵੱਲੋਂ ਕਦੇ ਕੋਈ ਇੱਦਾਂ ਦੀ ਸਿਕਸ਼ਾ ਮੈਨੂੰ ਨਹੀਂ ਦਿੱਤੀ ਗਈ ਸੀਗੀ ਕਿ ਘਰਾਂ ਨੂੰ ਜਾ ਕੇ ਤੋੜਨਾ, ਕਿਉਂਕਿ ਮੈਨੂੰ ਹਮੇਸ਼ਾ ਸਿਖਾਇਆ ਗਿਆ ਸੀ ਕਿ ਇੱਕ ਪਰਿਵਾਰ ਦੇ ਵਿੱਚ ਇਕਜੁੱਟ ਹੋ ਕੇ ਰਹਿਣਾ ਆ। ਮੈਨੂੰ ਨਹੀਂ ਸੀ ਪਤਾ ਕਿ ਮੇਰੀ ਇਸ ਗੱਲ ਨੇ ਮੈਨੂੰ ਮੇਰੀ ਜ਼ਿੰਦਗੀ ਨੂੰ ਬਦਲ ਕੇ ਰੱਖ ਦੇਣਾ ਆ। ਉਹ ਮੈਨੂੰ ਆਪਣੇ ਰਸਤੇ ਦਾ ਰੋੜਾ ਸਮਝਣ ਲੱਗ ਗਏ ਕਿਉਂਕਿ ਮੈਂ ਉਹਨਾਂ ਦੀ ਇਸ ਗੱਲ ਦੇ ਵਿੱਚ ਐਗਰੀ ਨਹੀਂ ਸੀ। ਉਹਦੇ ਵਿੱਚ ਇਨਵੋਲਵ ਮੇਰੀਆਂ 2 ਨਨਾਣਾਂ ਵੀ ਸੀਗੀਆਂ ਜਿਹੜੀਆਂ ਕਿ ਉਸ ਪ੍ਰੋਪਰਟੀ ਨੂੰ ਵੇਚ ਕੇ ਉਸ ਘਰ ਦਾ ਹਿੱਸਾ ਲੈਣਾ ਚਾਹੁੰਦੀਆਂ ਸੀ। ਮੈਨੂੰ ਕੁਝ ਨਹੀਂ ਸੀ ਪਤਾ, ਮੈਂ ਆਪਣਾ ਫਰਜ਼ ਨਿਭਾਉਂਦੀ ਰਹੀ ਤੇ ਮੈਂ ਜੋ ਮੈਨੂੰ ਮੇਰੇ ਮਾਂ-ਬਾਪ ਨੇ ਜੋ ਵੀ ਮੈਨੂੰ ਸਿਕਸ਼ਾ ਦਿੱਤੀ ਸੀ ਸੋ ਉਸ ਤਰ੍ਹਾਂ ਮੈਂ ਆਪਣੇ ਪਰਿਵਾਰ ਦੇ ਵਿੱਚ ਵਿਚਰਦੀ ਗਈ। ਇੱਕ ਦਿਨ ਬੁਲਾ ਕੇ ਉਹਨਾਂ ਨੇ ਕਿਹਾ ਕਿ ਅਸੀਂ ਇਸ ਮਕਾਨ ਨੂੰ ਵੇਚ ਦੇਣਾ ਚਾਹੁੰਦੇ ਹਾਂ ਤੇ ਮੈਂ ਇਸ ਗੱਲ ਨਾਲ ਐਗਰੀ ਨਹੀਂ ਹੋਈ। ਫਿਰ ਤੋਂ ਮੇਰਾ ਜਵਾਬ ਉਹੀ ਸੀ ਕਿ ਮੈਂ ਇਸ ਗੱਲ ਦੇ ਵਿੱਚ ਤੁਹਾਡੇ ਨਾਲ ਐਗਰੀ ਨਹੀਂ ਹੈਗੀ। ਪਰ ਉਹਨਾਂ ਨੇ ਇੱਕ ਚਾਲ ਚੱਲੀ ਜਿਹਦਾ ਕਿ ਮੈਨੂੰ ਬਿਲਕੁਲ ਨਹੀਂ ਸੀ ਪਤਾ। ਉਹਨਾਂ ਨੇ ਇੱਕ ਪਾਸਪੋਰਟ ਸਾਈਜ਼ ਫੋਟੋ ਚੱਕ ਕੇ ਮੇਰੀ ਛੋਟੀ ਨਨਾਣ ਤੇ ਮੇਰੇ ਦੇਵਰ ਨੇ ਥੋੜ੍ਹੀ ਦੇਰ ਲਈ ਘਰ ਤੋਂ ਬਾਹਰ ਜਾਂਦੇ ਆ ਤੇ ਅੱਧੇ ਘੰਟੇ ਪੌਣੇ ਘੰਟੇ ਬਾਅਦ ਉਹ ਵਾਪਸ ਆ ਜਾਂਦੇ ਆ ਤੇ ਆ ਕੇ ਜਿਹੜੇ ਮੇਰੇ ਮਦਰ ਇਨ ਲਾਅ ਨੇ ਉਹਨਾਂ ਦੇ ਕੰਨ ਦੇ ਵਿੱਚ ਕੁਝ ਕਹਿੰਦੇ ਆ ਤੇ ਜਦੋਂ ਉਸ ਤੋਂ ਬਾਅਦ ਮੇਰੇ ਬਾਰੇ ਪਤਾ ਨਹੀਂ ਉਹਨਾਂ ਦੇ ਮਨ 'ਚ ਕੀ ਪਾਇਆ। ਸੋ ਉਸ ਤੋਂ ਬਾਅਦ ਮੇਰੀ ਲਾਈਫ ਬਿਲਕੁਲ ਚੇਂਜ ਹੋ ਜਾਂਦੀ ਆ। ਸੋ ਜਿਹੜੇ ਮਦਰ ਇਨ ਲਾਅ ਮੇਰੇ ਨਾਲ ਹਰ ਇੱਕ ਘਰ ਦੀ ਦੁੱਖ ਸੁੱਖ ਕਰਦੇ ਸੀ, ਹਰ ਇੱਕ ਗੱਲ ਕਰਦੇ ਸੀ, ਉਹਨਾਂ ਨੇ ਮੈਨੂੰ ਇਗਨੋਰ ਕਰਨਾ ਸ਼ੁਰੂ ਕਰਤਾ। ਉਹਨਾਂ ਦੀ ਨਫ਼ਰਤ ਇੰਨੀ ਜ਼ਿਆਦਾ ਵੱਧ ਗਈ ਮੇਰੇ ਪ੍ਰਤੀ, ਪਰ ਮੈਨੂੰ ਗੱਲ ਦੀ ਸਮਝ ਨਹੀਂ ਸੀ ਆਉਂਦੀ ਕਿਉਂਕਿ ਉਹ ਮੇਰੇ ਤੋਂ ਕੋਈ ਵੀ ਚੀਜ਼ ਫੜਦੇ ਨਹੀਂ ਸੀ। ਜੇ ਮੈਂ ਖਾਣਾ ਬਣਾਉਣ ਲੱਗਦੀ ਸੀ ਤਾਂ ਮੈਨੂੰ ਕਿਹਾ ਜਾਂਦਾ ਸੀ ਕਿ ਘਰ ਦੇ ਵਿੱਚ ਤੂੰ ਖਾਣਾ ਨਹੀਂ ਬਣਾਉਣਾ, ਕੋਈ ਗੱਲ ਨਹੀਂ ਅਸੀਂ ਬਾਹਰੋਂ ਮੰਗਾ ਕੇ ਖਾ ਲਾਂਗੇ। ਸੋ ਮੈਨੂੰ ਇਹ ਗੱਲਾਂ ਬਿਲਕੁਲ ਅਜੀਬ ਲੱਗਣ ਲੱਗ ਗਈਆਂ ਸੀ ਵੀ ਇੱਕਦਮ ਇਹਨਾਂ ਨੂੰ ਕੀ ਹੋ ਗਿਆ ਜੋ ਮੇਰੇ ਨਾਲ ਇੰਨਾ ਬਦਲ ਗਏ ਨੇ। ਸੋ ਮੈਂ ਆਪਣੇ ਹਸਬੈਂਡ ਨਾਲ ਗੱਲ ਕੀਤੀ ਤੇ ਮੇਰੇ ਮਦਰ ਨੂੰ ਉਹਨਾਂ ਨੇ ਮੇਰੇ ਮਦਰ ਇਨ ਲਾਅ ਨੂੰ ਪੁੱਛਿਆ ਵੀ ਕੀ ਗੱਲ ਆ ਜਿਹੜਾ ਤੁਸੀਂ ਇਸ ਨਾਲ ਇਸ ਤਰੀਕੇ ਦਾ ਵਿਹਾਰ ਕਰ ਰਹੇ ਹੋ। ਤੇ ਮੇਰੇ ਮਦਰ ਇਨ ਲਾਅ ਨੇ ਸਾਫ਼-ਸਾਫ਼ ਕਹਿ ਦਿੱਤਾ ਕਿ ਅਸੀਂ ਤੇਰੀ ਘਰਵਾਲੀ ਦੇ ਹੱਥ ਦਾ ਕੁਝ ਵੀ ਨਹੀਂ ਖਾਣਾ, ਪਾਣੀ ਤੱਕ ਨਹੀਂ ਪੀਣਾ ਕਿਉਂਕਿ ਉਹ ਸਾਨੂੰ ਜਾਦੂ ਟੂਣੇ ਕਰਵਾਉਂਦੀ ਆ। ਸੋ ਦੋਸਤੋ ਉਹੀ ਚੀਜ਼ਾਂ ਮੇਰੇ ਅੰਦਰ ਇਹੋ ਜਿਹੀਆਂ ਘਰ ਕਰ ਗਈਆਂ ਕਿ ਮੈਨੂੰ ਇੱਦਾਂ ਲੱਗਣ ਲੱਗ ਗਿਆ ਕਿ ਇਹ ਪਰਿਵਾਰ ਮੈਨੂੰ ਬਹੁਤ ਜ਼ਿਆਦਾ ਨਫ਼ਰਤ ਕਰਦਾ। ਮੇਰੀ ਕਿਸੇ ਵੀ ਚੀਜ਼ ਨੂੰ ਹੱਥ ਲਗਾਉਣ ਤੇ ਉਸ ਪਰਿਵਾਰ ਨੇ ਮੇਰੇ ਤੋਂ ਨਫ਼ਰਤ ਕਰਨ ਲੱਗ ਜਾਣੀ ਤੇ ਸਾਫ਼-ਸਾਫ਼ ਕਹਿ ਦੇਣਾ ਕਿ ਤੁਸੀਂ ਕਿਸੇ ਚੀਜ਼ ਨੂੰ ਹੱਥ ਨਹੀਂ ਲਗਾਉਣਾ। ਸੋ ਤੁਸੀਂ ਦੋਸਤੋ ਦੱਸੋ ਕਿ ਮੈਂ ਜ਼ਿੰਦਗੀ ਦੇ ਵਿੱਚ ਇੱਕ ਕੁੜੀ ਕਿੱਦਾਂ ਦਾ ਮਹਿਸੂਸ ਕਰਦੀ ਹੋਊਗੀ ਜਿਹਦਾ ਇੱਕ ਆਪਣਾ ਘਰ ਹੁੰਦਾ, ਉਹਦੇ ਵਿੱਚ ਉਹਨੂੰ ਕਿਸੇ ਚੀਜ਼ ਨੂੰ ਹੱਥ ਲਗਾਉਣ ਦੀ ਪਰਮਿਸ਼ਨ ਵੀ ਨਹੀਂ ਹੁੰਦੀ। ਸੋ ਉਸ ਤੋਂ ਬਾਅਦ ਉਹਨਾਂ ਨੇ ਇੱਕ ਦਿਨ ਮੈਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਅਸੀਂ ਤੈਨੂੰ ਘਰ ਦੇ ਵਿੱਚੋਂ ਕੁਝ ਨਹੀਂ ਦੇਣਾ ਤੇ ਉਹਨਾਂ ਨੇ ਮੇਰੇ ਹਸਬੈਂਡ ਨੂੰ ਬੁਲਾਇਆ ਤੇ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਬੇਦਖਲ ਕਰ ਦਿੱਤਾ। ਸੋ ਮੇਰਾ ਕਸੂਰ ਕੀ ਸੀ ਮੈਨੂੰ ਹਜੇ ਤੱਕ ਨਹੀਂ ਸਮਝ ਆਈ। ਉਸ ਦਿਨ ਅਸੀਂ ਜਦੋਂ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਤੇ ਅਸੀਂ ਉਹ ਪਰਿਵਾਰ ਨੂੰ ਛੱਡ ਕੇ ਮੇਰੇ ਹਸਬੈਂਡ ਵੀ ਮੇਰੇ ਨਾਲ ਆ ਗਏ ਤੇ ਜਦੋਂ ਮੈਂ ਉਹ ਘਰ ਛੱਡਿਆ ਤੇ ਮੈਂ ਆਪਣੇ ਪੇਰੈਂਟਸ ਨੂੰ ਦੱਸਿਆ ਤੇ ਮੇਰੇ ਫਾਦਰ ਸਾਹਿਬ ਨੇ ਕਿਹਾ ਕਿ ਜਿੱਥੇ ਮੇਰੇ 2 ਮੁੰਡੇ ਆ ਉੱਥੇ ਮੈਂ ਸਮਝੂੰਗਾ ਮੇਰੇ 3 ਮੁੰਡੇ ਆ ਤੇ ਤੂੰ ਕਿਤੇ ਨਹੀਂ ਜਾਏਂਗੀ, ਤੂੰ ਸਾਡੇ ਘਰ ਆਏਂਗੀ ਤੇ ਮੈਂ ਸਮਾਜ ਨੂੰ ਕੁਝ ਨਹੀਂ ਸਮਝਦਾ, ਤੂੰ ਇਸ ਗੱਲ ਦੀ ਬਿਲਕੁਲ ਪਰਵਾਹ ਨਹੀਂ ਕਰਨੀ। ਸੋ
ਦੋਸਤੋ ਇੱਕ ਗੱਲ ਮੈਂ ਇੱਥੇ ਹੋਰ ਕਹਿਣਾ ਚਾਹੁੰਦੀ ਹਾਂ ਕਿ ਸਮਾਜ ਦੇ ਵਿੱਚ ਹਰ ਇੱਕ ਕੁੜੀ ਇਹੋ ਜਿਹੀ ਨਹੀਂ ਹੁੰਦੀ ਕਿ ਜਿਹਨੂੰ ਉਹਦੇ ਪੇਰੈਂਟਸ ਸਪੋਰਟ ਕਰਦੇ ਆ। ਕਿਉਂਕਿ ਪੇਰੈਂਟਸ ਨੂੰ ਵੀ ਮੈਂ ਇੱਕ ਮੈਸੇਜ ਇਸ ਗੱਲ ਦੇ ਵਿੱਚ ਦੇਣਾ ਚਾਹੁੰਦੀ ਹਾਂ ਕਿ ਪੇਰੈਂਟਸ ਜਦੋਂ ਉਹਨਾਂ ਦੀ ਧੀ ਫੋਨ ਕਰਕੇ ਉਹਨਾਂ ਨੂੰ ਆਪਣੇ ਘਰ ਦਾ ਦੁੱਖ ਦੱਸਦੀ ਆ ਵੀ ਮੇਰੇ ਨਾਲ ਇਹ ਕੁਛ ਹੁੰਦਾ, ਤੇ ਪੇਰੈਂਟਸ ਦਾ ਅੱਗੇ ਤੋਂ ਜਵਾਬ ਇਹੀ ਹੁੰਦਾ ਕਿ ਹੁਣ ਤੇਰੀ ਜ਼ਿੰਦਗੀ ਆ, ਤੂੰ ਦੇਖਣਾ ਆ ਤੇਰੇ ਨਾਲ ਕੀ ਹੋਣਾ, ਤੂੰ ਐਡਜਸਟ ਕਰਨਾ ਆ। ਇੱਕ ਪਾਸੇ ਉਹ ਪਰਿਵਾਰ ਜਿਹੜਾ ਗੁਰਸਿੱਖ ਪਰਿਵਾਰ ਸੀਗਾ, ਇੱਕ ਪਾਸੇ ਉਹ ਪਰਿਵਾਰ ਜਿਹਨੇ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਰੱਖਿਆ ਹੋਇਆ ਸੀ। ਦੋਸਤੋ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਕੀ ਅੱਜ ਵੀ ਉਹ ਚੀਜ਼ਾਂ ਸਾਡੇ ਸਮਾਜ ਦੇ ਵਿੱਚ ਨੇ? ਜੋ ਔਰਤਾਂ ਅੱਜ ਕਿਤੇ ਤੋਂ ਕਿਤੇ ਮੁਕਾਮ ਹਾਸਿਲ ਕਰ ਚੁੱਕੀਆਂ ਨੇ, ਪਰ ਜਿਹੜੀ ਔਰਤਾਂ ਪ੍ਰਤੀ ਜਿਹੜੀ ਸਮਾਜ ਦੇ ਵਿੱਚ ਇੱਕ ਧਾਰਨਾ ਬਣੀ ਹੋਈ ਆ ਕਿ ਉਹ ਮਨਹੂਸ ਆ, ਉਹ ਸਾਡੇ ਲਈ ਸਾਡੇ ਘਰ ਦੇ ਵਿੱਚ ਆਈ ਆ ਤਾਂ ਸਾਡੇ ਘਰ ਦੀ ਦਸ਼ਾ ਬਦਲ ਗਈ ਆ। ਕਿ ਇਹੀ ਸੋਚ ਪਰਮਾਤਮਾ ਨੇ ਹਜੇ ਤੱਕ ਲੋਕਾਂ ਦੇ ਵਿੱਚ ਭਰੀ ਹੋਈ ਆ? ਸੋ ਕਿਉਂ ਨਹੀਂ ਚੇਂਜ ਹੁੰਦਾ, ਕਿਉਂ ਨਹੀਂ ਸਭ ਕੁਝ ਬਦਲਦਾ? ਉਹਦਾ ਜਿਹੜਾ ਭੁਗਤਾਨ ਆ ਸਾਡੇ ਵਰਗੀਆਂ ਜ਼ਿੰਦਗੀਆਂ ਨੂੰ ਭੁਗਤਣਾ ਪੈਂਦਾ। ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ।